ਦੇਖੋ, ਸਾਡੀ ਤਾਰੀਖ ਦੇ ਵਿੱਚ ਅੰਗਰੇਜ਼ਾਂ ਦੀ ਹਕੂਮਤ ਆਈ ਹੈ ਤੇ ਉਸ ਵੇਲੇ ਅੰਗਰੇਜ਼ਾਂ ਨੇ ਬਹੁਤ ਜ਼ੁਲਮ ਕੀਤੇ ਆ। ਔਰ ਇੱਕ ਬੜੇ ਅਜ਼ੀਮ ਜਿਹੜਾ ਨਾ ਉਹ ਸਾਡੇ ਉਸ ਵੇਲੇ ਦੇ ਸਮਝ ਲਓ ਕਿ ਸ਼ੇਖ ਮਹਿਮੂਦੁਲ ਹਸਨ ਸ਼ੇਖੁਲ ਹਿੰਦ ਵੀ ਉਹਨਾਂ ਨੂੰ ਕਹਿੰਦੇ ਆ। ਤੇ ਉਸ ਵੇਲੇ ਉਹਨਾਂ ਨੂੰ ਫਿਰ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਇੱਕ ਤਰਫ ਉਹ ਆਲਮ ਦੀਨ ਸੀ, ਇੱਕ ਤਰਫ ਮੁਜਾਹਿਦ ਸੀ। ਔਰ ਆਲਮ ਦੀਨ ਵੀ ਕੋਈ ਛੋਟੇ ਮੋਟੇ ਨਹੀਂ, ਪੂਰੀ ਤੁਸੀਂ ਇਹ ਸਮਝ ਲਓ ਕਿ ਹਿੰਦੁਸਤਾਨ ਦੇ ਕਾਇਦ ਸੀ ਨਾ। ਤੇ ਉਹ ਜਿਹੜੇ ਆ ਨਾ, ਉਹ ਉਹਨਾਂ ਨੂੰ ਅੰਗਰੇਜ਼ ਨੇ ਪਕੜ ਕੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਮਾਲਟਾ ਦੇ ਵਿੱਚ, ਅਸੀਰੇ ਮਾਲਟਾ ਵੀ ਇੱਕ ਜਜ਼ੀਰਾ ਨਾ, ਉੱਥੇ ਜਾ ਕੇ ਇਹਨਾਂ ਨੂੰ ਜਿਹੜਾ ਨਾ ਉਹ ਫਿਰ ਉੱਥੇ ਲਿਜਾ ਕੇ ਕੈਦ ਕੀਤਾ। ਅੱਛਾ, ਉੱਥੇ ਫਿਰ ਇਹਨਾਂ ਨੂੰ ਹੋ ਗਈ ਟੀਬੀ, ਤੇ ਬਸ ਜਿਹੜਾ ਨਾ ਟੀਬੀ ਬੜੀ ਸਖਤ ਹੋ ਗਈ। ਔਰ ਅੰਗਰੇਜ਼ ਜ਼ਾਹਰ ਹੈ ਉਹ ਪੜ੍ਹੇ ਲਿਖੇ ਲੋਕ ਸੀ, ਡਾਕਟਰ ਸੀਗੇ ਉਸ ਟਾਈਮ। ਅਜੇ ਮੁਸਲਮਾਨ ਤੇ ਹਕੂਮਾਂ ਦੇ ਪਿੱਛੇ ਸੀ, ਉਹਨਾਂ ਦੇ ਡਾਕਟਰ ਵੀ ਬਣਨ ਲੱਗ ਪਿਆ ਸੀ। ਉਹਨਾਂ ਨੇ ਜਿਸ ਵੇਲੇ ਚੈੱਕ ਚੁੱਕ ਕੀਤਾ ਤੇ ਉਹਨਾਂ ਨੇ ਕਿਹਾ ਵੀ ਇਹ ਹੁਣ ਜ਼ਿਆਦਾ ਦੇਰ ਜ਼ਿੰਦਾ ਨਹੀਂ ਰਹਿਣਗੇ, ਤੇ ਚਲੋ ਅਸੀਂ ਇੱਕ ਖਾਮਖਾਈ, ਉਹ ਜਿੱਦਾਂ ਕਹਿੰਦੇ ਆ ਕਿ ਕਲਾਮਾ ਲੈਣਾ ਕਿ ਜੀ ਅਸੀਂ ਕੈਦ ਕੀਤਾ, ਅਸੀਂ ਇੱਥੇ ਤੇ ਇੱਥੇ ਬੰਦਾ ਫੌਤ ਹੋ ਗਿਆ, ਤੇ ਅਸੀਂ ਹੁਣ ਇਹਨਾਂ ਨੂੰ ਆਜ਼ਾਦ ਕਰ ਦਿੰਦੇ ਹਾਂ। ਤੇ ਉਹਨਾਂ ਨੇ, ਅੰਗਰੇਜ਼ਾਂ ਨੇ ਆਜ਼ਾਦ ਕਰ ਦਿੱਤਾ। ਜਦੋਂ ਉਹ ਆਏ ਤੇ ਬਹੁਤ ਮਤਲਬ ਇਹ ਕਿ ਉਹਨਾਂ ਦੀ ਹਾਲਤ ਜਿਹੜੀ ਹੈ ਨਾ ਕਮਜ਼ੋਰ ਹੀ ਸੀ, ਨਾਜ਼ੁਕ ਹੀ ਸੀ। ਉਹਨਾਂ ਨੂੰ ਫਿਰ ਉਸ ਵੇਲੇ ਜਿਹੜਾ ਨਾ ਉਹ ਲਿਆਂਦਾ ਗਿਆ, ਤੇ ਇਹ ਗਾਲਬਨ ਦਿਓਬੰਦ ਦੇ ਅੰਦਰ ਹੀ ਜਿਹੜਾ ਨਾ ਉਹ ਕੋਈ ਹੈ ਸੀਗਾ ਦੀਨੀ ਪ੍ਰੋਗਰਾਮ। ਬਹਰਹਾਲ ਸ਼ਾਇਦ ਉਹਨਾਂ ਦਾ ਕੋਈ ਸਾਲਾਨਾ ਕਨਵੈਨਸ਼ਨ ਸੀ, ਕੋਈ ਏਦਾਂ ਸੀ। ਇਹ ਗੱਲ ਜਿਹੜੀ ਹੈ ਨਾ, ਇਹ ਮੁਫਤੀ ਮੁਹੰਮਦ ਸ਼ਫੀ ਸਾਹਿਬ, ਇਹ ਜਿਨ੍ਹਾਂ ਨੇ ਮਾਰਫੁਲ ਕੁਰਾਨ ਲਿਖੀ ਹੈ, ਮਰਹੂਮ, ਉਹਨਾਂ ਨੇ ਵੀ ਆਪਣੀ ਇੱਕ ਕਿਤਾਬ ਜਿਹੜੀ ਨਾ ਵਹਿਦਤ ਉਮਤ, ਉਹਦੇ ਵਿੱਚ ਇਹਦਾ ਜ਼ਿਕਰ ਕੀਤਾ। ਉਹ ਜਿਸ ਵੇਲੇ ਵਾਪਸ ਆਏ ਨਾ, ਤੇ ਉਹ ਉਸ ਵੇਲੇ ਬੜੇ ਸਖਤ ਬਿਮਾਰ ਸੀ, ਤੇ ਇੱਥੇ ਕੋਈ ਕਨਵੈਨਸ਼ਨ ਹੋ ਰਿਹਾ ਸੀ ਦਿਓਬੰਦ ਦੇ ਵਿੱਚ ਸਾਲਾਨਾ, ਤੇ ਉਹਨਾਂ ਨੂੰ ਉੱਥੇ ਸੱਦਿਆ ਗਿਆ। ਤੇ ਕਹਿੰਦੇ ਆ ਜੀ ਉਹਨਾਂ ਨੂੰ ਚਾਰਪਾਈ ਦੇ ਉੱਤੇ ਲੈ ਕੇ ਆਏ ਸੀਗੇ, ਮਤਲਬ ਇੰਨੇ ਬਿਮਾਰ। ਉਹਨਾਂ ਨੇ ਫਿਰ ਉੱਥੇ ਜਿਹੜਾ ਨਾ ਉਹ ਕੋਈ ਖਿਤਾਬ ਕੀਤਾ। ਉਹਨਾਂ ਨੇ ਆਪਣੇ ਖਿਤਾਬ ਦੇ ਵਿੱਚ ਇਹ ਗੱਲ ਕਹੀ ਕਿ ਮੈਂ ਉਹ ਮਾਲਟਾ ਦੀ ਕੈਦ ਦੇ ਵਿੱਚ ਜਿਹੜਾ ਨਾ, ਮੈਂ ਇਹ ਸੋਚਦਾ ਰਿਹਾ ਕਿ ਮੁਸਲਮਾਨਾਂ ਨੂੰ ਜ਼ਵਾਲ ਕਿਉਂ ਹੈ। ਨੋਟ ਕਰੋ, ਮੈਂ ਇਹੀ ਸੋਚਦਾ ਰਿਹਾ ਕਿ ਮੁਸਲਮਾਨਾਂ ਨੂੰ ਜ਼ਵਾਲ ਕਿਉਂ ਆਇਆ, ਕਿਉਂ ਮੁਸਲਮਾਨ ਜ਼ਵਾਲ 'ਚ ਚਲੇ ਗਏ। ਤੇ ਉਹਨਾਂ ਕਿਹਾ ਮੈਨੂੰ ਇਹੀ ਸਮਝ ਆਈ ਹੈ, ਨੰਬਰ 1 ਕੁਰਾਨ ਤੋਂ ਦੂਰੀ ਹੈ, ਨੰਬਰ 2 ਫਿਰਕਾ ਵਾਰੀਅਤ ਹੈ ਮੁਸਲਮਾਨਾਂ ਦੇ 'ਚ। ਇਹਨਾਂ ਨੂੰ ਜ਼ਵਾਲ ਦੇ ਵਿੱਚ ਇਹਨਾਂ ਨੂੰ ਖਿੱਚ ਲਿਆ। ਹੁਣ ਉਹਨਾਂ ਨੇ ਜਿਹੜੀ ਗੱਲ ਕਹੀ, ਉਹ ਅਗਲੀ ਗੱਲ ਸਮਝ ਲਓ। ਉਹਨਾਂ ਨੇ ਕਿਹਾ ਕਿ ਮੈਂ ਉੱਥੋਂ ਇਹ ਫੈਸਲਾ ਕਰਕੇ ਆਇਆ ਕਿ ਹੁਣ ਮੇਰੀ ਬਾਕੀ ਜ਼ਿੰਦਗੀ ਜਿਹੜੀ ਹੈ ਨਾ, ਕੁਰਾਨ ਨੂੰ ਆਮ ਕਰਨ ਵਾਸਤੇ ਸਰਫ ਹੋਏਗੀ। ਜਿਹੜੀ ਵੀ ਅੱਲਾ ਨੇ ਮੈਨੂੰ ਕੋਈ ਟਾਈਮ ਦਿੱਤਾ, ਮੈਂ ਇਹਦੇ ਵਿੱਚ ਇਸ ਕੰਮ ਨੂੰ ਤਰਜੀਹ ਦੇਵਾਂਗਾ, ਕੁਰਾਨ ਨੂੰ ਮੈਂ ਆਮ ਕਰਨਾ। ਔਰ ਦੂਸਰਾ ਉਹਨਾਂ ਨੇ ਕਿਹਾ ਕਿ ਮੁਸਲਮਾਨਾਂ ਦੇ ਜਿਹੜੇ ਫਿਰਕਾ ਵਾਰੀਅਤ ਆ ਨਾ, ਆ ਜਿਹੜਾ ਬਰੇਲਵੀ, ਦਿਓਬੰਦੀ, ਅਹਿਲੇ ਹਦੀਸ, ਸ਼ੀਆ ਬਣੇ ਖੜੇ ਆ, ਇਹਨਾਂ ਨੂੰ ਕਿਸੇ ਸੂਰਤ ਦੇ ਵਿੱਚ ਪ੍ਰਮੋਟ ਨਹੀਂ ਕਰਨਾ। ਯਾਨੀ ਠੀਕ ਹੈ, ਜਿਹਨੇ ਰਫਾ ਜਦਾਨ ਨਾ ਪੜ੍ਹਨੀ ਰਫਾ ਜਦਾਨ ਨਾਲ ਪੜ੍ਹ ਲਿਆ, ਜਿਹਨੇ ਬਗੈਰ ਰਫਾ ਜਦਾਨ ਤੋਂ ਪੜ੍ਹਨੀ ਬਗੈਰ ਰਫਾ ਜਦਾਨ ਤੋਂ ਪੜ੍ਹ ਲਿਆ, ਜਿਹਨੇ ਜਨਾਜ਼ਾ ਉੱਚੀ ਪੜ੍ਹਨਾ ਉੱਚੀ ਪੜ੍ਹ ਲਿਆ, ਜਿਹਨੇ ਹੌਲੀ ਪੜ੍ਹਨਾ ਹੌਲੀ ਪੜ੍ਹ ਲਿਆ, ਜਿਹਨੇ ਉੱਚੀ ਆਮੀਨ ਕਹਿਣਾ ਹੌਲੀ ਉੱਚੀ ਕਹਿ ਲਿਆ, ਹੌਲੀ ਕਹਿਣਾ ਹੌਲੀ। ਇਹਦੀ ਕੋਈ ਪ੍ਰਮੋਸ਼ਨ ਨਹੀਂ ਹੋਣੀ ਚਾਹੀਦੀ ਇਹਨਾਂ ਚੀਜ਼ਾਂ ਦੀ। ਪ੍ਰਮੋਸ਼ਨ ਮਤਲਬ ਇਹ ਹੈ ਕਿ ਪ੍ਰਮੋਸ਼ਨ ਉਹਨਾਂ ਚੀਜ਼ਾਂ ਦੀ ਹੋਣੀ ਚਾਹੀਦੀ ਜਿਹਨਾਂ ਦੇ ਵਿੱਚ ਅੱਲਾਹ ਤਾਲਾ ਨੇ ਵਾਜ਼ੇ ਤੌਰ ਦੇ ਉੱਤੇ ਮਨਾ ਕੀਤਾ ਜਾਂ ਹੁਕਮ ਦਿੱਤਾ ਕਿ ਕਰੋ। ਉਹਨਾਂ ਨੇ ਫਿਰ ਜਿਹੜਾ ਨਾ ਇਹ ਕਿਹਾ ਜਿਹੜਾ ਕੁਰਾਨ ਨੂੰ ਆਮ ਕਰਨ ਵਾਸਤੇ ਕੀ ਕਰਨਾ ਚਾਹੀਦਾ, ਤੇ ਉਹਨਾਂ ਨੇ ਕਿਹਾ ਕਿ ਇਹਦੇ ਵਾਸਤੇ ਅਵਾਮੀ ਦਰਸੇ ਕੁਰਾਨ ਹੋਣੇ ਚਾਹੀਦੇ ਆ। ਅਵਾਮੀ ਦਰਸੇ ਕੁਰਾਨ, ਅਵਾਮੀ ਦਰਸੇ ਕੁਰਾਨ ਮੈਂ 3 ਵਾਰੀ ਕਿਉਂ ਕਹਿ ਰਿਹਾ ਹਾਂ, ਇਸ ਵਾਸਤੇ ਕਿ ਤੁਹਾਡੀ ਤਵੱਜੋ ਹੋ ਜਾਏ ਇਸ ਗੱਲ ਦੇ ਉੱਤੇ ਕਿ ਇਹ ਅਵਾਮੀ ਦਰਸੇ ਕੁਰਾਨ ਕੀ ਹੁੰਦਾ ਹੈ। ਮਤਲਬ ਹੈ ਕਿ ਐਸਾ ਕੁਰਾਨ ਇਸ ਤਰ੍ਹਾਂ ਬਿਆਨ ਹੋਵੇ ਕਿ ਆਮ ਆਵਾਮ ਨੂੰ ਸਮਝ ਆਵੇ, ਆਮ ਆਵਾਮ ਨੂੰ ਸਮਝ ਆਵੇ। ਸਾਡੇ ਹੁਣ ਇੱਕ ਤੇ ਉਹ ਲੋਕ ਆ ਨਾ, ਉਹ ਜਿਹੜੇ ਕਹਿੰਦੇ ਨਹੀਂ ਜੀ ਕੁਰਾਨ ਦਾ ਤਰਜਮਾ ਨਹੀਂ ਸਿੱਖਣਾ ਚਾਹੀਦਾ, ਬੰਦਾ ਜਿਹੜਾ ਨਾ ਉਹ ਗੁੰਮਰਾਹ ਹੋ ਜਾਂਦਾ ਹੈ, ਤੁਹਾਨੂੰ ਨਹੀਂ ਸਮਝ ਆ ਸਕਦੀ। ਉਹ ਐਸੇ ਵੀ ਬਦਬਖਤ ਹੈ ਜਿਹੜੇ ਤੁਹਾਨੂੰ ਇਹ ਵੀ ਕਹਿਣਗੇ, ਚੰਗੇ ਭਲੇ ਮਤਲਬ ਆਪਣੇ ਆਪ ਨੂੰ ਆਲਮ ਸਦਾਉਂਦੇ ਹੋਣਗੇ, ਔਰ ਉਹ ਬਦਬਖਤ ਕਹਿਣਗੇ ਕਿ ਕੁਰਾਨ ਦਾ ਤਰਜਮਾ ਵੀ ਨਹੀਂ ਪੜ੍ਹੋ ਤੇ ਕੁਰਾਨ ਦੀ ਤਫਸੀਰ ਵੀ ਨਾ ਪੜ੍ਹੋ, ਤੁਹਾਨੂੰ ਸਮਝ ਨਹੀਂ ਆਣੀ। ਉਹ ਫਿਰ ਲਿਖੀ ਕਿਉਂ ਆ? ਕਹਿੰਦੇ ਆ ਜੀ ਇਹ ਆਲਮਾਂ ਵਾਸਤੇ ਲਿਖੀ ਹੈ। ਉਹ ਜਿਹੜਾ ਆਲਮ ਆ ਉਹਨੂੰ ਤਫਸੀਰ ਆਪ ਨਹੀਂ ਆਉਂਦੀ, ਉਹ ਫਿਰ ਆਲਮ ਕਿੱਦਾਂ ਬਣ ਗਿਆ ਜਦੋਂ ਉਹਨੂੰ ਮਤਲਬ ਤਫਸੀਰ ਹੀ ਨਹੀਂ ਆਉਂਦੀ। ਆਲਮ ਨੂੰ ਤਾਂ ਫਿਰ ਆਲਮ ਤੇ ਬਣਿਆ ਜਦੋਂ ਉਹਨੂੰ ਤਫਸੀਰ ਆਉਂਦੀ ਹੈ। ਇਹ ਸਾਡੇ ਰੰਗਿਆਂ ਵਾਸਤੇ ਲਿਖੀਆਂ ਹੋਈਆਂ ਵਾ।
ਅੱਲਾ ਇਹਨਾਂ ਨੂੰ ਗਰਕ ਕਰੇ ਜਿਹੜੇ ਇਦਾਂ ਦੀ ਸੋਚ ਰੱਖਦੇ ਆ। ਇਹਨਾਂ ਨੇ ਅਸਲ ਦੇ ਵਿੱਚ ਦੂਰ ਕੀਤਾ ਹੈ। ਔਰ ਇਹ ਫਿਰ ਬਹਾਨੇ ਬਣਾਉਂਦੇ ਆ ਕਿ ਉਹ ਜੀ ਇਸ ਤਰ੍ਹਾਂ ਹਰ ਬੰਦਾ ਪੜ੍ਹ ਲੈਂਦਾ ਹੈ ਤੇ ਗੁੰਮਰਾਹ ਹੋ ਜਾਂਦਾ ਹੈ ਤੇ ਗੁੰਮਰਾਹ ਕਰਦਾ। ਉਹ ਗੁੰਮਰਾਹ ਨਹੀਂ ਹੁੰਦਾ ਤੇ ਨਾ ਉਹ ਜੇ ਹੋਊਗਾ ਤਾਂ ਹੋਊਗਾ। ਲੇਕਿਨ ਜਿਨ ਤਾਰੀਖ ਤੁਸੀਂ ਪੜ੍ਹ ਕੇ ਦੇਖੋ, ਜਿਨ੍ਹਾਂ ਨੇ ਗੁੰਮਰਾਹ ਕੀਤਾ ਉਹ ਬੜੇ ਇਲਮ ਦੇ ਨਾਲ ਗੁੰਮਰਾਹ ਕੀਤਾ ਉਹਨਾਂ ਨੇ, ਸਮਝੇ। ਇਹ ਜਿਹੜੇ ਵੱਡੇ ਵੱਡੇ ਫਿਤਨੇ ਜਿਨ੍ਹਾਂ ਨੇ ਚੱਕੇ ਆ ਨਾ, ਉਹ ਕੋਈ ਮੇਰੇ ਤੇਰੇ ਰੰਗੇ ਬੰਦੇ ਨਹੀਂ ਸੀਗੇ। ਉਹ ਆਲਮ ਹੀ ਸੀਗੇ, ਠੀਕ ਹੈ ਨਾ। ਤੇ ਉਹ ਇੱਕ ਆਲਮ ਹੀ ਸੀ ਜਿਹਦਾ ਜ਼ਿਕਰ ਅੱਲਾ ਨੇ ਕੁਰਾਨ 'ਚ ਵੀ ਕੀਤਾ ਹੈ। ਅੱਲਾਹ ਤਾਲਾ ਕਹਿੰਦਾ ਵਲੋ ਸ਼ਿ'ਨਾ ਲਰਫਅਨਾਹੁ ਬਿਹਾ, ਅਸੀਂ ਚਾਹੁੰਦੇ ਤੇ ਇਹਨੂੰ ਹੋਰ ਜਿਹੜਾ ਨਾ ਮਰਤਬਾ ਅਤਾ ਫਰਮਾਦੇ। ਵਲਾਕਿਨਹੁ ਅਖਲਦਾ ਇਲਲ ਅਰਦ, ਔਰ ਉਹ ਤਾਂ ਜ਼ਮੀਨ ਦੀ ਤਰਫ ਜਿਹੜਾ ਨਾ ਉਹ ਝੁਕਦਾ ਗਿਆ। ਔਰ ਫਰਮਾਇਆ ਕਿ ਉਹ ਕੁੱਤੇ ਦੀ ਮਿਸਾਲ ਬਣ ਗਿਆ। ਔਰ ਫਿਰ ਫਰਮਾਇਆ ਕਿ ਕੌਮਾਂ ਦੀਆਂ ਕੌਮਾਂ ਵੀ ਕੁੱਤੇ ਦੀ ਮਿਸਾਲ ਬਣ ਜਾਂਦੀਆਂ। ਸੂਰਾ ਆਰਾਫ ਦੇ ਵਿੱਚ ਵਾਕਿਆ ਵਾ।